ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੀਸਰੇ ਚੈਪਟਰ ਦਾ ਫਰੇਮਸ ਟੌਪਿਕ ਸ਼ੁਰੂ ਕਰਾਂਗੇ। ਇਸ ਪਾਠਕ੍ਰਮ ਦੇ ਵਿੱਚ ਇਹ ਆਪਣੀ ਤੀਸਰੀ ਵੀਡੀਓ ਹੈ। ਪਿਛਲੀਆਂ ਵੀਡੀਓਜ਼ ਦੇ ਵਿੱਚ ਹਾਈਪਰਲਿੰਕ ਕੀ ਹੁੰਦਾ ਹੈ, ਫਾਰਮ ਕਿਵੇਂ ਬਣਾਏ ਜਾ ਸਕਦੇ ਹਨ ਤੇ ਬਟਨ ਕਿਵੇਂ ਲਗਾਏ ਜਾ ਸਕਦੇ ਹਨ, ਉਸ ਦੇ ਬਾਰੇ ਪੜ੍ਹਿਆ। ਇਸ ਚੈਪਟਰ ਦੇ ਵਿੱਚ ਤੁਸੀਂ ਆਪਣੀ HTML ਪੇਜ ਨੂੰ ਦੋ ਹਿੱਸਿਆਂ ਦੇ ਵਿੱਚ ਕਿਵੇਂ ਬਣ ਸਕਦੇ ਹੋ, ਦੋ ਜਾਂ ਦੋ ਤੋਂ ਵੱਧ ਹਿੱਸਿਆਂ ਦੇ ਵਿੱਚ ਕਿਵੇਂ ਬਣ ਸਕਦੇ ਹੋ, ਫਰੇਮਸ ਬਣਾ ਸਕਦੇ ਹੋ, ਉਸ ਦੇ ਬਾਰੇ ਪੜ੍ਹਾਂਗੇ। ਇਹ ਸਭ ਜ਼ਰੂਰੀ ਚੀਜ਼ਾਂ ਹਨ ਕਿਉਂਕਿ ਐਂਕਰ ਟੈਗ ਦੀ ਮਦਦ ਨਾਲ ਹੀ ਤੁਸੀਂ ਲਿੰਕ ਸ਼ੁਰੂ ਕੀਤੇ ਸੀ। ਉਹ ਇੱਕ ਲਿੰਕ ਨੂੰ ਹੋਲਡ ਕਰਕੇ ਰੱਖਦਾ ਤੇ ਲਿੰਕ ਦੀਆਂ ਕਿਸਮਾਂ ਪੜ੍ਹੀਆਂ, ਕਿਸ ਤਰੀਕੇ ਨਾਲ ਇੱਕ ਐਕਸਟਰਨਲ ਜਾਂ ਇੰਟਰਨਲ ਲਿੰਕ ਲਗਾਏ ਜਾ ਸਕਦੇ ਹਨ। ਦੈਨ ਇੱਕ ਹਾਈਪਰ ਲਿੰਕ ਦੇ ਤੌਰ ਤੇ ਇਮੇਜ ਨੂੰ ਕਿਵੇਂ ਲਿੰਕ ਕੀਤਾ ਜਾ ਸਕਦਾ ਹੈ। ਈਮੇਲ ਨਾਲ ਲਿੰਕ ਪੈਦਾ ਕਰਨਾ, ਤੁਸੀਂ ਆਪਣੀ ਈਮੇਲ ਨੂੰ ਹੀ ਲਿੰਕ ਕਿਵੇਂ ਦੇ ਸਕਦੇ ਹੋ। ਸਿੰਗਲ ਕਲਿੱਕ ਦੇ ਉੱਤੇ ਤੁਹਾਨੂੰ ਆਟੋਮੈਟਿਕਲੀ ਯੂਜ਼ਰ ਵੱਲੋਂ ਮੇਲ ਆ ਜਾਵੇਗੀ। ਫਾਰਮ, ਤੁਸੀਂ ਆਨਲਾਈਨ ਫਾਰਮ ਕਿਵੇਂ ਭਰ ਸਕਦੇ ਹੋ, ਕਿਵੇਂ ਬਣਾ ਸਕਦੇ ਹੋ ਤੇ ਕਿਸ ਤਰ੍ਹਾਂ ਉਹਨਾਂ ਨੂੰ ਹੋਰ ਖਿੱਚਵਾਂ ਬਣਾ ਸਕਦੇ ਹੋ। ਚੈੱਕ ਬਾਕਸ, ਰੇਡੀਓ ਬਟਨਸ, ਸਿਲੈਕਸ਼ਨ ਲਿਸਟ, ਐਟਰੀਬਿਊਟਸ ਕੀ ਹੁੰਦੇ ਹਨ ਇਹਨਾਂ ਦੇ, ਦੈਨ ਬਟਨਸ, ਸਬਮਿਸ਼ਨ ਤੇ ਰੀਸੈਟ ਦੇ। ਅੱਜ ਅਸੀਂ ਪੜਾਂਗੇ ਫਰੇਮਸ। ਪੁਰਾਣੇ ਦਿਨਾਂ ਵਿੱਚ HTML ਇੱਕ ਵੱਡੀ ਕਮੀ ਸੀ ਕਿ ਯੂਜ਼ਰ ਕੇਵਲ ਇੱਕ ਹੀ ਪੇਜ ਦੇਖ ਸਕਦਾ ਸੀ। ਜਦੋਂ www ਵਰਲਡ ਵਾਈਡ ਵੈਬ ਜਾਂ ਇੰਟਰਨੈਟ ਪੇਜਸ ਬਰਾਊਜ਼ਰ ਸ਼ੁਰੂ ਹੋਏ ਨੇ ਤਾਂ ਯੂਜ਼ਰ ਦੇ ਕੋਲ ਸਿਰਫ ਇੱਕ ਹੀ ਪੇਜ ਹੁੰਦਾ ਸੀ ਕੰਮ ਕਰਨ ਦਾ, ਜਾਂ ਇੱਕ ਜਾਂ ਦੋ ਪੇਜਸ ਨਾਲ ਲਿੰਕ ਹੋ ਕੇ ਇੱਕ ਵੈਬਸਾਈਟ ਬਣ ਜਾਂਦੀ, ਬਟ ਇੱਕ ਪੇਜ ਦੇ ਉੱਤੇ ਇੱਕ ਹੀ ਫਰੇਮ ਹੁੰਦਾ ਸੀ। ਫਰੇਮਸ ਬਰਾਊਜ਼ਰ ਵਿੰਡੋ ਨੂੰ ਕਈ HTML ਦਸਤਾਵੇਜ਼ ਵਿੱਚ ਵੰਡ ਕੇ ਇੱਕ ਕਮੀ ਨੂੰ ਦੂਰ ਕਰਦਾ। ਇਸ ਕਮੀ ਨੂੰ ਦੂਰ ਕਰਨ ਲਈ ਫਿਰ ਜੇ ਤੁਹਾਨੂੰ ਇੱਕ ਹੀ ਪੇਜ ਤੇ ਆਮ ਤੌਰ ਤੇ ਤੁਸੀਂ ਮੇਲ ਤੇ ਕਲਿੱਕ ਕਰਦੇ ਹੋ, ਮੇਲ ਤੇ ਕਲਿੱਕ ਕਰਨ ਤੋਂ ਪਹਿਲਾਂ ਇਨਬਾਕਸ, ਫੋਲਡਰ, ਸਾਈਡ ਤੇ ਮੈਨਿਊਜ਼ ਖੁੱਲ੍ਹੇ ਹੁੰਦੇ ਹਨ। ਜਦੋਂ ਤੁਸੀਂ ਕਲਿੱਕ ਕਰਦੇ ਹੋ ਸਾਈਡ ਤੇ ਹੀ, ਸਾਈਡ ਨਾਲ ਹੀ ਵਿੰਡੋ ਤੇ ਤੁਹਾਨੂੰ ਨਵੇਂ ਪੇਜ ਤੇ ਨਹੀਂ ਲੈ ਜਾਣਾ ਪੈਂਦਾ, ਸਾਈਡ ਵਾਲੀ ਵਿੰਡੋ ਤੇ ਹੀ ਤੁਹਾਡੀ ਮੇਲ ਓਪਨ ਹੋ ਜਾਂਦੀ ਹੈ। ਉਸ ਨੂੰ ਤੁਸੀਂ ਇੱਕ ਮੇਲ ਦੀ ਤਰ੍ਹਾਂ, ਫਰੇਮਸ ਦੀ ਤਰ੍ਹਾਂ ਬਣਾ ਸਕਦੇ ਹੋ। ਫਰੇਮਸ ਤੁਸੀਂ ਫਰੇਮ ਸੈਟ ਟੈਗ ਦੀ ਮਦਦ ਨਾਲ ਬਣਾਓਗੇ। ਇਹ ਇੱਕ ਪੇਅਰ ਟੈਗ ਹੈ, ਫਰੇਮ ਸੈਟ ਤੇ ਫਰੇਮ ਸੈਟ ਟੈਗ ਖਤਮ ਹੁੰਦਾ ਹੈ। ਐਸਟਰੀਕ ਦੀ ਵਰਤੋਂ, ਸਟਾਰ ਸਾਈਨ ਐਸਟਰੀਕ ਕਹਿੰਦੇ ਹਨ। ਇਸ ਦੀ ਵਰਤੋਂ ਜ਼ਿਆਦਾਤਰ ਫਰੇਮ ਦੇ ਵਿੱਚ ਉਦੋਂ ਕੀਤੀ ਜਾਂਦੀ ਹੈ ਜਦੋਂ ਤੁਹਾਨੂੰ ਫਰੇਮ ਦੇ ਸਾਈਜ਼ ਦਾ ਪਤਾ ਨਹੀਂ, ਤੁਸੀਂ ਕਿਸ ਤਰੀਕੇ ਨਾਲ ਵੰਡਣਾ। ਉਦਾਹਰਨ ਦੇ ਤੌਰ ਤੇ ਤੁਸੀਂ ਫਰੇਮ ਸੈਟ ਟੈਗ ਦੇ ਵਿੱਚ ਇੱਕ ਰੋ, ਮਤਲਬ ਤੁਸੀਂ ਕਹਿੰਦੇ ਹੋ ਰੋ 80 ਤੇ ਸਟਾਰ ਹੋਵੇ, ਮਤਲਬ 80% ਤੇ ਬਾਕੀ ਰਹਿੰਦਾ ਹਿੱਸਾ ਆਟੋਮੈਟਿਕਲੀ ਡਿਵਾਈਡ ਹੋ ਜਾਏ, ਤੁਹਾਨੂੰ 20% ਜਾਂ 30% ਲਿਖਣ ਦੀ ਜ਼ਰੂਰਤ ਨਹੀਂ। ਜਾਂ ਫਿਰ ਜੇ ਤੁਸੀਂ ਕਹਿੰਦੇ 50-50 ਲੱਗੇ ਜਾਂ 4 ਹਿੱਸਿਆਂ 'ਚ ਵੀ ਵੰਡਣਾ ਹੈ, ਤੁਸੀਂ ਉਸ ਉਹਨੇ ਕੌਮੇ ਲਾ ਸਕਦੇ ਹੋ, ਸਟਾਰ ਕੌਮਾ ਸਟਾਰ, ਆਟੋਮੈਟਿਕਲੀ ਉਹ ਐਡਜਸਟ ਕਰ ਦੇਵੇਗਾ ਸਪੇਸ ਨੂੰ, ਤੁਹਾਨੂੰ ਪਰਸੈਂਟੇਜ ਦੇਣ ਦੀ ਜ਼ਰੂਰਤ ਨਹੀਂ। ਜਾਂ ਫਿਰ ਉਹਨਾਂ ਦੀ ਫਰੇਮ ਸਪੇਸਿੰਗ ਜਾਂ ਬਾਰਡਰ ਦੇ ਨਾਲ ਤੈਅ ਕਰ ਸਕਦੇ ਹੋ। ਜਾਂ ਇੱਕ ਹੋਰ ਤਰੀਕਾ ਹੈ, ਕਾਲਮਸ ਨੂੰ 40 ਜਾਂ 50% ਜਾਂ ਰੋਜ਼ ਨੂੰ 40 ਜਾਂ 50%, ਜਿਵੇਂ ਤੁਸੀਂ ਚਾਹੁੰਦੇ ਹੋ ਉਵੇਂ ਫਰੇਮ ਬਣਾ ਸਕਦੇ ਹੋ। ਇਹ ਇਸ ਦੇ ਐਟਰੀਬਿਊਟਸ ਹਨ। ਫਰੇਮ ਸੈਟ ਟੈਗ ਦੇ ਵਿੱਚ ਸਭ ਤੋਂ ਪਹਿਲਾਂ ਰੋ, ਦਿਸ, ਦੈਨ ਕਾਲਮਸ, ਕਿੰਨੇ ਬਣਾਉਣਾ ਚਾਹੁੰਦੇ ਹੋ, ਰੋਜ਼ ਬਣਾਉਣਾ ਚਾਹੁੰਦੇ ਹੋ ਜਾਂ ਕਾਲਮ ਬਣਾਉਣਾ ਚਾਹੁੰਦੇ ਹੋ, ਜਾਂ ਇੱਕ ਪੇਜ ਦੇ ਵਿੱਚ ਤੁਸੀਂ ਰੋਜ਼ ਤੇ ਕਾਲਮ ਵੀ, ਮਤਲਬ ਸੈਕਿੰਡ ਪੇਜ ਤੁਹਾਡਾ ਰੋਜ਼ ਤੇ ਕਾਲਮ ਦੇ ਵਿੱਚ ਵੀ ਡਿਵਾਈਡ ਹੋ ਸਕਦਾ ਹੈ। ਤੇ ਫਰੇਮ ਦੀ ਸਪੇਸਿੰਗ, ਪਿਕਸਲ ਕਿੰਨੇ ਹੋਣ ਉਹਨਾਂ ਦੇ ਵਿੱਚ, ਫਰੇਮ ਦਾ ਬਾਰਡਰ ਕਿਹੋ ਜਿਹਾ ਹੋਵੇ, ਤੇ ਉਸ ਦੇ ਵਿੱਚ ਟੈਗਸ, ਸੋਰਸ ਕੋਡ, ਤੁਸੀਂ ਪਹਿਲਾਂ ਤੋਂ ਹੀ ਬਣੇ ਹੋਏ ਇੱਕ HTML ਪੇਜ ਨੂੰ ਐਡ ਕਰਨਾ ਚਾਹੁੰਦੇ ਹੋ ਜਾਂ ਅਲੱਗ ਤੋਂ ਇੱਕ ਨਵਾਂ ਪੇਜ ਬਣਾਉਣਾ ਚਾਹੁੰਦੇ ਹੋ, ਉਹ SRC ਐਟਰੀਬਿਊਟ ਨਾਲ ਚੱਲੇਗਾ। ਇਹ ਇੱਕ ਸਿੰਪਲ HTML ਟੈਗ ਹੈ। ਜੇ ਇਸ ਤਰ੍ਹਾਂ ਦੀ ਐਗਜ਼ਾਮਪਲ ਤੁਹਾਨੂੰ ਮੈਂ HTML ਦੇ ਵਿੱਚ
ਤੁਸੀਂ ਆਪਣੇ ਟੈਕਸ ਏਰੀਆ ਨੂੰ ਜਾਂ ਟੈਕਸ ਏਰੀਆ ਵਧਾਉਣਾ ਵੀ ਹੋਵੇ ਤਾਂ ਉਸ ਨੂੰ ਸਾਈਜ਼ ਵਧਾ ਘਟਾ ਵੀ ਸਕਦੇ ਹੋ। ਹੁਣ ਇੱਕ ਫਰੇਮ ਸੈੱਟ, ਇੱਕ ਫਰੇਮ ਵਿੰਡੋ ਦੇ ਵਿੱਚ ਜਾਂ HTML ਸ਼ੁਰੂ ਕਰੋਗੇ ਤੇ ਉਸ ਤੋਂ ਬਾਅਦ ਨਾਲ ਹੀ ਫਰੇਮ ਸੈੱਟ ਲਗਾ ਦਿਓਗੇ। ਹੁਣ ਫਰੇਮ ਸੈੱਟ ਲੱਗਣ ਨਾਲ ਮੈਂ ਇਸ ਨੂੰ ਹਦਾਇਤ ਦਿੰਦਾ ਹਾਂ ਕਿ ਮੇਰੀ ਵਿੰਡੋ, ਜੋ ਵਿੰਡੋ ਤੇ ਕੰਮ ਹੋ ਰਿਹਾ ਹੈ, ਉਹ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਜਾਵੇ, ਸਟਾਰ ਕੋਮਾ ਸਟਾਰ। ਮਤਲਬ ਨਾ ਮੈਨੂੰ ਪਰਸੈਂਟੇਜ ਦੇਣ ਦੀ ਜ਼ਰੂਰਤ ਹੈ ਤੇ ਨਾ ਹੀ ਮੈਨੂੰ ਉਹਨਾਂ ਨੂੰ ਡਿਫਾਈਨ ਕਰਨ ਦੀ ਜ਼ਰੂਰਤ ਹੈ। ਸਿਸਟਮ ਆਟੋਮੈਟਿਕਲੀ ਐਸਟਰੀਕ ਸਾਈਨ ਨਾਲ 50-50 ਡਿਵਾਈਡ ਕਰ ਦੇਵੇਗਾ। ਜੇ ਮੈਂ ਇੱਥੇ ਕੋਮਾ ਪਾ ਕੇ ਹੋਰ ਇੱਕ ਸਟਾਰ ਲਾ ਜਾਂਦਾ ਹਾਂ ਤਾਂ ਤਿੰਨ ਹਿੱਸਿਆਂ ਦੇ ਵਿੱਚ ਵੰਡੀ ਜਾਏਗੀ। ਉਸ ਦੇ ਨਾਲ ਹੀ ਤੁਸੀਂ ਜਿੰਨੇ ਵਿੰਡੋਜ਼ ਦੇ ਵਿੱਚ ਵੰਡਿਆ ਹੈ ਉਸ ਨੂੰ ਪਹਿਲਾਂ ਤੋਂ ਬਣੇ ਹੋਏ ਸੋਰਸ ਕੋਡ, ਮਤਲਬ ਜਾਂ HTML ਪੇਜ ਜਾਂ ਕੁਝ ਵੀ ਤੁਸੀਂ ਜਿਹੜਾ ਲਗਾਉਣਾ ਚਾਹੁੰਦੇ ਹੋ, ਜੋ ਪੇਜ ਤੁਸੀਂ ਬਣਾਉਣਾ ਚਾਹੁੰਦੇ ਹੋ, ਉਹ ਤੁਸੀਂ ਉੱਥੇ ਡਿਫਾਈਨ ਕਰੋਗੇ। ਅਸੀਂ ਐਜ਼ ਏ ਐਗਜ਼ਾਮਪਲ ਲੈਂਦੇ ਹੋਏ ਪਹਿਲਾਂ ਤੋਂ ਹੀ ਬਣੇ ਹੋਏ ਦੋ ਪੇਜਸ ਲਗਾਏ ਨੇ। ਪਹਿਲੇ ਫਰੇਮ ਦੇ ਵਿੱਚ ਬੈਕਗਰਾਊਂਡ ਕਲਰ ਵਾਲਾ ਪੇਜ ਐਂਡ ਸੈਕੰਡ ਫਰੇਮ ਦੇ ਵਿੱਚ ਤੁਸੀਂ ਫਾਰਮਸ ਵਾਲਾ ਪੇਜ। ਉਸ ਤੋਂ ਬਾਅਦ HTML ਫਿਨਿਸ਼। ਜੇ ਹੁਣ ਇਸ ਐਗਜ਼ਾਮਪਲ ਦੀ ਦੇਖਿਆ ਜਾਵੇ ਤਾਂ ਇਹਨਾਂ ਨੇ 4 ਫਰੇਮ ਬਣਾਏ ਨੇ, 4 ਫਰੇਮਸ ਦੀ ਅਲੱਗ-ਅਲੱਗ ਲਿੰਕ ਦਿੱਤੇ ਨੇ। ਦੈਨ ਉਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਫਰੇਮ ਦੇ ਵਿੱਚ ਤੁਹਾਨੂੰ ਕੰਟੈਂਟ ਕੀ ਹੋ ਸਕਦਾ ਹੈ ਉਸ ਦੇ ਬਾਰੇ ਜਾਣੂ ਕਰਵਾਇਆ ਹੈ। ਫਰੇਮ 1, ਫਰੇਮ 2 ਐਂਡ ਫਰੇਮ 3 ਅਲੱਗ-ਅਲੱਗ ਚੀਜ਼ਾਂ ਤੁਸੀਂ ਐਡ ਕਰ ਸਕਦੇ ਹੋ ਬਾਡੀ ਦੇ ਵਿੱਚ। ਇੱਕ ਫਰੇਮ ਸੈੱਟ ਟੈਗ ਦੇ ਵਿੱਚ ਜਦੋਂ ਤੁਸੀਂ ਫਰੇਮ ਸੈੱਟ ਟੈਗ ਲਗਾਉਂਦੇ ਹੋ ਉੱਥੇ ਤੁਹਾਨੂੰ ਬਾਡੀ ਟੈਗ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ, ਪਰ ਐਕਚੁਅਲ ਜਿਹੜਾ HTML ਟੈਗ ਜਾਂ ਪੇਜ ਜਿਹੜਾ ਤੁਸੀਂ ਸੋਰਸ ਕੋਡ ਲਗਾਇਆ ਹੈ ਉਸ ਦੇ ਵਿੱਚ ਤੁਸੀਂ ਪ੍ਰੋਪਰ HTML ਪੇਜ ਡਿਜ਼ਾਈਨ ਕਰੋਗੇ। ਇਸ ਦੀ ਐਗਜ਼ਾਮਪਲ ਇਸ ਤਰ੍ਹਾਂ ਦੇਖਣ ਨੂੰ ਮਿਲੇਗੀ। ਫਰੇਮ 1, ਫਰੇਮ 2 ਐਂਡ ਫਰੇਮ 3 ਤਿੰਨ ਫਰੇਮ ਹੀ ਲੱਗੇ ਨੇ। ਇਹ ਅਲੱਗ-ਅਲੱਗ ਵਿੰਡੋਜ਼ ਨੇ। ਫੋਰ ਐਗਜ਼ਾਮਪਲ ਜੇ ਇਸ ਨੂੰ ਤੁਸੀਂ ਬਰਾਊਜ਼ਰ ਦੇ ਵਿੱਚ ਓਪਨ ਕਰੋਗੇ ਦੈਨ ਬਰਾਊਜ਼ਰ ਦੇ ਵਿੱਚ ਜਿਵੇਂ ਕਿ ਦੋ ਵਿੰਡੋਜ਼ ਡਿਸਪਲੇ ਕੀਤੀਆਂ ਸੀ। ਫਰਸਟ ਸੋਰਸ ਕੋਡ ਲੱਗਿਆ ਹੋਇਆ ਸੀ BG ਕਲਰ ਪੇਜ HTML, ਤੁਹਾਡਾ ਸਿੱਧਾ ਸੋਰਸ ਕੋਡ ਇੱਥੋਂ ਪਿਕ ਹੋ ਰਿਹਾ ਹੈ। ਦੈਨ ਸੈਕੰਡ ਫਰੇਮ ਦੇ ਵਿੱਚ ਲੱਗਿਆ ਹੋਇਆ ਫਾਰਮ ਵਾਲਾ। ਇਸ ਦੇ ਨਾਲ ਇੱਕ ਹੋਰ ਚੀਜ਼ ਦੀ ਵੀ ਮਦਦ ਹੁੰਦੀ ਹੈ, ਤੁਸੀਂ ਇਸ ਨੂੰ ਰੋਜ਼ ਵਾਈਜ਼ ਵੀ ਜਾਂ ਕਾਲਮ ਵਾਈਜ਼ ਵੀ ਵੰਡ ਸਕਦੇ ਹੋ। ਜਦੋਂ ਤੁਸੀਂ ਮੇਲ ਓਪਨ ਕਰਦੇ ਹੋ ਤਾਂ ਤੁਹਾਡਾ ਇਸ ਪੋਰਸ਼ਨ ਦੇ ਵਿੱਚ ਮੇਲ ਦੇ ਉੱਤੇ ਇਨਬਾਕਸ, ਫੋਲਡਰ, ਨਿਊ, ਟਰੈਸ਼ ਵਰਗੇ ਕਾਲਮ ਹੁੰਦੇ ਹਨ। ਦੈਨ ਇਸ ਸਾਈਡ ਤੁਹਾਡੀ ਮੇਲ ਖੁੱਲ੍ਹਦੀ ਹੈ। ਉਹ ਸੇਮ ਫਰੇਮਸ ਦਾ ਹੀ ਰੂਪ ਹੁੰਦਾ ਹੈ। ਦੈਨ HTML ਵਿੱਚ ਮਲਟੀਮੀਡੀਆ ਮਤਲਬ ਮੂਵਿੰਗ ਪਿਕਚਰਸ ਜਾਂ ਟੈਕਸਟ ਜਾਂ ਆਡੀਓ। ਪਹਿਲਾ ਮਾਰਕੀ ਟੈਗ ਦੇ ਵਿੱਚ ਤੁਸੀਂ ਕਿਸੇ ਵੀ ਟੈਕਸਟ ਨੂੰ ਗਤੀ ਦੇ ਸਕਦੇ ਹੋ। ਮਤਲਬ ਤੁਸੀਂ ਵੈਬ ਪੇਜ ਓਪਨ ਕਰੋ ਤੇ ਤੁਹਾਡਾ ਟੈਕਸਟ ਕਦੇ ਰਾਈਟ ਨੂੰ ਜਾਵੇ, ਕਦੇ ਲੈਫਟ ਨੂੰ ਜਾਵੇ ਜਾਂ ਮੂਵ ਹੁੰਦਾ ਰਹੇ। that is ਮਾਰਕੀ ਟੈਗ। ਸਿੰਪਲ ਐਸ ਦੇ ਐਟਰੀਬਿਊਟ ਹਨ ਬੈਕਗਰਾਊਂਡ ਕਲਰ, ਤੁਸੀਂ ਉਸ ਦੇ ਬੈਕਗਰਾਊਂਡ ਕਲਰ ਰੰਗ ਦਾ ਨਾਮ ਭਰ ਸਕਦੇ ਹੋ, ਕਿਸ ਡਾਇਰੈਕਸ਼ਨ ਦੇ ਵਿੱਚ ਜਾਵੇ, ਲੈਫਟ ਜਾਵੇ ਜਾਂ ਸਾਈਡ ਤੇ ਜਾਵੇ, ਹਾਈਟ ਕਿੰਨੀ ਹੋਣੀ ਚਾਹੀਦੀ ਹੈ, ਵਿਡਥ ਤੇ ਬਿਹੇਵੀਅਰ। ਮਤਲਬ ਜੋ ਅਸੀਂ ਉੱਤੇ ਸਕਰੋਲ ਕਰੋ, ਮਾਊਸ ਲੈ ਕੇ ਜਾਓ ਤਾਂ ਉਹ ਕੀ ਦਿਖਾਵੇ। ਇਹ ਸਿੰਪਲ ਮਾਰਕੀ ਲਗਾਈਆਂ ਹੋਈਆਂ ਨੇ, ਇਹਨਾਂ ਸਾਰਿਆਂ ਦੇ ਉੱਤੇ ਯੂਜ਼ ਕਰ ਸਕਦੇ ਹੋ। ਹਮੇਸ਼ਾ ਯਾਦ ਰੱਖੋ HTML ਸਿੱਖਣ ਦੇ ਲਈ ਤੁਸੀਂ HTML ਕੋਡਿੰਗ ਜ਼ਰੂਰ ਕਰਕੇ ਦੇਖੋ, ਜਾਂ ਕੋਈ ਵੀ ਕੋਡਿੰਗ ਲੈਂਗੁਏਜ ਜਾਂ ਤੁਸੀਂ ਕੰਪਿਊਟਰ ਲੈਂਗੁਏਜ ਪੜ੍ਹ ਰਹੇ ਹੋ ਤਾਂ ਉਹ ਬਣਾ ਕੇ ਜ਼ਰੂਰ ਦੇਖੋ। ਉਸ ਤੋਂ ਬਿਨਾਂ ਤੁਹਾਡੀ ਨੌਲੇਜ, ਤੁਹਾਡਾ ਗਿਆਨ ਅਧੂਰਾ ਰਹਿ ਜਾਵੇਗਾ। HTML X ਵੈਬ ਪੇਜ ਵਿੱਚ ਆਡੀਓ, ਐਂਕਰ ਵੈਬ ਪੇਜ ਸੌਰੀ। ਹੁਣ ਤੁਸੀਂ href ਦੀ ਮਦਦ ਨਾਲ, ਹਾਈਪਰ ਰੈਫਰੈਂਸ ਦੀ ਮਦਦ ਨਾਲ ਤੁਸੀਂ ਆਡੀਓ ਸੌਂਗ ਵੀ ਚਲਾ ਸਕਦੇ ਹੋ। ਜਦੋਂ ਅਸੀਂ ਇੰਟਰਨੈਟ ਦੇ ਉੱਤੇ ਆਡੀਓ ਸੌਂਗ ਚਲਾਉਂਦੇ ਹੋ, ਕਲਿੱਕ ਕਰਦੇ ਹੋ ਤਾਂ ਉਹ ਲਿੰਕ ਆਡੀਓ ਫਾਈਲ ਦੇ ਵਿੱਚ ਚੱਲਣੀ ਸ਼ੁਰੂ ਹੋ ਜਾਂਦੀ ਹੈ। ਉਹ ਐਂਕਰ ਟੈਗ ਦੀ ਮਦਦ ਨਾਲ ਲੱਗਦੇ ਹਨ।
इस लिंक पे क्लिक करोगे तो ऑडियो सॉन्ग चलेगा, आ वाला। डिपेंड करता है तुसी किस तरह का सॉन्ग या वीडियो चलाना चाहते हो। कैस्केडिंग स्टाइल शीट्स, नाउ दिस इज इंपॉर्टेंट। स्टाइल शीट्स, कैस्केडिंग स्टाइल शीट्स ਅਤੇ CSS ਦਾ ਮਤਲਬ ਇੱਕੋ ਯੂਜ਼ਰ ਹੈ ਅਤੇ ਇਹ ਤੁਹਾਡੇ ਵੈਬ ਪੇਜ ਦੇ ਡਿਜ਼ਾਈਨ ਅਤੇ ਲੇਆਊਟ ਨੂੰ ਪਰਿਭਾਸ਼ਿਤ ਕਰਨ ਦਾ ਆਧੁਨਿਕ ਤਰੀਕਾ ਹੈ। ਤੁਸੀਂ ਆਪਣੇ ਪੇਜ, ਵੈਬ ਪੇਜ ਦੇ ਡਿਜ਼ਾਈਨਿੰਗ ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਪਰਿਭਾਸ਼ਿਤ ਕਰਨਾ ਚਾਹੁੰਦੇ ਹੋ। ਇਹ ਯੂਜ਼ਰ ਨੂੰ ਬਹੁਤੇ ਵੈਬ ਪੇਜਾਂ ਦੀ ਇੱਕੋ ਢੰਗ ਨਾਲ ਭੌਤਿਕ ਦਿੱਖ ਨੂੰ ਸੈੱਟ ਕਰਨ ਦੀ ਇਜਾਜ਼ਤ ਦਿੰਦਾ ਹੈ। ਤੁਸੀਂ ਵੈਬਸਾਈਟ ਬਣਾ ਰਹੇ ਹੋ, ਕਈ ਪੇजेस ਬਣਨਗੇ ਉਹਨਾਂ ਦੇ ਵਿੱਚ, ਤਾਂ ਤੁਸੀਂ CSS ਯੂਜ਼ ਕਰਕੇ ਉਹ ਸਾਰਿਆਂ ਨੂੰ ਇੱਕੋ ਤਰੀਕੇ ਨਾਲ ਦਿਖਾ ਸਕਦੇ ਹੋ। ਉਹਨਾਂ ਦਾ ਐਸਾ ਸਿੰਟੈਕਸ ਹੈ ਸਿਲੈਕਟਰ, ਪ੍ਰੋਪਰਟੀ ਤੇ ਉਹਦੀ ਵੈਲਿਊ ਕੀ ਹੋਵੇ, ਫੌਂਟ ਕਿੰਨੇ ਸਾਈਜ਼ ਦਾ ਹੋਵੇ, ਕਿੰਨੇ ਪੁਆਇੰਟ ਦਾ ਹੋਵੇ, ਕਲਰ ਕੀ ਹੋਵੇ, ਹੈਡਿੰਗ ਹੋਵੇ ਜਾਂ ਨਾਰਮਲ ਪੈਰਾਗ੍ਰਾਫ ਹੋਵੇ, ਇੰਟਰਨਲ ਸਟਾਈਲ, इंटरनल या एम्बेडेड स्टाइल या एक्सटर्नल स्टाइल। इंटरनल स्टाइल वो स्टाइल हाँ जो सीधा HTML दस्तावेज विच टैग विच लिखा जाता है, मतलब इंटरनली टैग के तरीके नाल टैग लग्या तुसीं इत्थे क्लिक करोगे या इस तरह चले, उसका स्टाइल की होवे ते उसदी वैल्यू की होवे। दैन एंकर टैग, इंटरनल या एम्बेडेड स्टाइल्स। ਇੰਬੈਡਡ ਮਤਲਬ ਉਸ ਦੇ ਵਿੱਚ ਸਟਾਈਲ ਨੂੰ ਪਰਿਭਾਸ਼ਿਤ ਕੀਤੀਆਂ ਹੋਈਆਂ। ਇਸ ਦੀ ਪਰਿਭਾਸ਼ਾ ਨੂੰ ਇੱਕ ਪੰਨੇ ਦੇ ਮੁੱਖ ਭਾਗ ਵਿੱਚ ਇੱਕ ਵਾਰ ਲਿਖਿਆ ਜਾਂਦਾ ਹੈ। ਇਸ ਨੂੰ ਹਰੇਕ ਪੰਨੇ ਤੇ ਲਿਖਿਆ ਹੋਣਾ ਚਾਹੀਦਾ ਹੈ ਜਿਸ ਤੇ ਇੱਕ ਸਟਾਈਲ ਨੂੰ ਲਗਾਉਣਾ, ਜਿਸ ਤੇ ਇਸ ਸਟਾਈਲ ਨੂੰ, ਕਿਸੇ ਖਾਸ ਸਟਾਈਲ ਨੂੰ ਲਾਉਣਾ ਹੈ, ਉਸ ਪੰਨੇ ਤੇ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਪਲੱਸ ਇਹ ਹੈਡਿੰਗ ਦੇ ਵਿੱਚ ਦਿੱਤੀਆਂ ਜਾਂਦੀਆਂ, ਧਿਆਨ ਦੇਣਾ ਇਹ ਬੋਡੀ ਦੇ ਵਿੱਚ ਨਹੀਂ ਡਿਫਾਈਨ। ਟੈਕਸਟ ਜਾਂ ਉਹਦੀ CSS ਕਿਵੇਂ ਦਿੱਤੀ ਜਾਣੀ ਚਾਹੀਦੀ ਹੈ, ਇਸਦਾ ਪੁਆਇੰਟ, ਮਾਰਜਿਨ ਕਿਵੇਂ ਹੋਣਾ ਚਾਹੀਦਾ ਹੈ, ਇਹ ਤੁਹਾਡੇ ਹੈਡ ਟੈਗ ਦੇ ਵਿੱਚ ਲੱਗੇਗਾ। ਐਮਬੈਡਡ ਸਟਾਈਲਸ ਉਹ ਸਟਾਈਲ ਹਨ ਜੋ ਕਿ ਡਾਕੂਮੈਂਟ ਦੇ ਹੈਡ ਵਿੱਚ ਸ਼ਾਮਿਲ ਕੀਤੇ ਜਾਂਦੇ ਹਨ। ਐਮਬੈਡਡ ਸਟਾਈਲ ਉਹਨਾਂ ਪੰਨਿਆਂ ਦੇ ਟੈਰਾਸ ਨੂੰ ਪਰਿਭਾਸ਼ਿਤ ਕਰਦੇ ਹਨ ਜਿਸ ਵਿੱਚ ਉਹ ਐਮਬੈਡਡ ਹੁੰਦੇ ਹਨ, ਜਿਵੇਂ ਕਿ ਆ ਹੈਡ, ਸਟਾਈਲ, ਬੋਡੀ ਤੇ ਬੋਡੀ ਦੇ ਐਲੀਮੈਂਟਸ ਕੀ ਹਨ, ਇਸ ਤਰੀਕੇ ਨਾਲ। ਐਕਸਟਰਨਲ ਸਟਾਈਲ ਸ਼ੀਟਸ, ਸਟਾਈਲ ਪਰਿਭਾਸ਼ਾ ਕੇਵਲ ਇੱਕ ਵਾਰ ਲਿਖੀ ਜਾਂਦੀ ਹੈ ਅਤੇ ਇੱਕ ਫਾਈਲ ਵਿੱਚ ਸੇਵ ਕੀਤੀ ਜਾਂਦੀ ਹੈ। ਹਰ ਵੈਬ ਪੇਜ ਜੋ ਕਿ ਫਾਈਲ ਨੂੰ ਵਰਤਣਾ ਚਾਹੁੰਦਾ ਹੈ ਫਾਈਲ ਦੇ ਹੈਡ ਭਾਗ ਵਿੱਚ ਫਾਈਲ ਦਾ ਲਿੰਕ ਰੱਖ ਸਕਦਾ ਹੈ। ਮਤਲਬ ਤੁਸੀਂ ਇੱਕ ਜਗ੍ਹਾ ਤੇ ਇੱਕ ਟੈਗ ਜਾਂ ਇੱਕ ਸਟਾਈਲ ਬਣਾ ਕੇ ਰੱਖਤਾ ਤੇ ਉਸੇ ਤਰੀਕੇ ਨਾਲ ਤੁਸੀਂ CSS ਫਾਈਲ ਉੱਥੇ ਯੂਜ਼ ਕਰ ਸਕਦੇ ਹੋ, ਉਸੇ ਐਜ਼ ਅ ਲਿੰਕ ਰੈਫਰੈਂਸ ਸਟਾਈਲ ਸ਼ੀਟ ਹਾਈਪਰ ਰੈਫਰੈਂਸ ਫਾਈਲ ਦਾ ਨੇਮ। ਇਹ ਆਟੋਮੈਟਿਕਲੀ ਉਸ ਕਲਰ ਨੂੰ ਪਿਕ ਕਰ ਲਵੇਗਾ, ਜਿਵੇਂ ਕਿ ਆ ਸਿੰਪਲ HTML ਟੈਗ ਇਸ ਤਰ੍ਹਾਂ ਦਿਖੇਗਾ। CSS ਐਕਸਟਰਨਲ ਫਾਈਲਸ, CSS ਫਾਈਲਸ ਆਮ ਟੈਕਸਟ ਫਾਈਲਾਂ ਹੁੰਦੀਆਂ ਹਨ ਅਤੇ ਨੋਟਪੈਡ ਵਰਗੇ ਸਧਾਰਨ ਟੈਕਸਟ ਆਡੀਟਰ ਵਿੱਚ ਲਿਖੀਆਂ ਜਾ ਸਕਦੀਆਂ ਹਨ। ਫਾਈਲ ਦੀ ਐਕਸਟੈਂਸ਼ਨ .css ਹੁੰਦੀ ਹੈ, ਹਮੇਸ਼ਾ ਯਾਦ ਰੱਖਣਾ। HTML ਦੇ ਵਿੱਚ ਇਹ ਐਮਬੈਡਿੰਗ ਹੁੰਦੀ ਹੈ CSS ਦੀ। ਜ਼ਿਆਦਾਤਰ ਵੈਬਸਾਈਟ ਐਕਸਟਰਨਲ ਸਟਾਈਲ ਸ਼ੀਟਸ ਦੀ ਵਰਤੋਂ ਕਰਦੀਆਂ ਹਨ ਤਾਂ ਕਿ ਉਹ ਬਾਰ-ਬਾਰ ਨਾ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ। ਦੈਨ ਉਹਨਾਂ ਦੀ ਪ੍ਰੋਪਰਟੀਜ਼ ਕੀ ਹਨ, ਜੇ ਤੁਸੀਂ ਕਲਰ ਯੂਜ਼ ਕਰ ਸਕਦੇ ਹੋ RGB, ਹੈਕਸਾ ਕਲਰ, ਦੈਨ ਕੀਵਰਡਸ, ਲਾਈਨ ਦੀ ਹਾਈਟ ਕਿੰਨੀ ਹੋਵੇ, ਕਿੰਨੇ % ਨਾਰਮਲ, ਸਪੇਸਿੰਗ ਕਿੰਨੀ ਹੋਣੀ ਚਾਹੀਦੀ ਹੈ, ਇੱਕ ਵਾਰੀ ਤੁਸੀਂ ਇੱਕ ਜਗ੍ਹਾ ਡਿਫਾਈਨ ਕਰ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਤੇ ਉਸ ਪੇਜ ਦੇ ਵਿੱਚ ਯੂਜ਼ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਡਾ ਇਹ ਚੈਪਟਰ ਫਿਨਿਸ਼ ਹੁੰਦਾ ਹੈ। ਜੇ ਕਿਸੇ ਵਿਦਿਆਰਥੀ ਨੂੰ ਕੋਈ ਸਵਾਲ ਹੋਵੇ ਤਾਂ ਮੈਥੋਂ ਪੁੱਛ ਸਕਦਾ ਹੈ। ਧੰਨਵਾਦ।